ਸਤਿ ਸ਼੍ਰੀ ਅਕਾਲ ਜੀ। ਠੰਡ ਦੇ ਦਿਨ ਚੱਲ ਰਹੇ ਸੀ। ਦਸੰਬਰ ਦੀ ਠੰਡ ਨੇ ਹਰ ਕਿਸੇ ਨੂੰ ਆਪਣੀ ਲਪੇਟ ਵਿੱਚ ਲੈ ਰੱਖਿਆ ਸੀ। ਮੈਂ ਨਿਚਲੇ ਤਬਕੇ ਨੂੰ ਬਿਲੋਂਗ ਕਰਦਾ ਸੀ। ਮੇਰੇ ਘਰ ਵਿੱਚ ਮਾਂ ਪਿਓ ਤੋਂ ਇਲਾਵਾ ਇੱਕ ਛੋਟੀ ਭੈਣ ਵੀ ਸੀ। ਉਹ ਸਾਡੇ ਤਿੰਨਾਂ ਦੀ ਲਾਡਲੀ ਸੀ। ਮੈਂ ਸਰਕਾਰੀ ਨੌਕਰੀ ਕਰਦਾ ਸੀ। ਅਜੇ ਥੋੜ੍ਹੇ ਦਿਨ ਪਹਿਲਾਂ ਹੀ ਮੇਰੀ ਭੈਣ ਦੀ ਮੰਗਣੀ ਹੋਈ ਸੀ। ਇਸ ਲਈ ਮੈਂ ਪਾਰਟ ਟਾਈਮ ਨੌਕਰੀ ਲੱਭਦਾ ਫਿਰਦਾ ਸੀ। ਇੱਕ ਦਿਨ ਨੌਕਰੀ ਲੱਭਣ ਲਈ ਸ਼ਹਿਰ ਵਿੱਚ ਨਿਕਲਿਆ ਤਾਂ ਸ਼ਹਿਰ ਦੇ ਇੱਕ ਵੱਡੇ ਸਾਰੇ ਮਾਲ ਵਿੱਚ ਮੈਨੂੰ ਨੌਕਰੀ ਮਿਲ ਗਈ। ਉੱਥੇ ਮੈਨੂੰ ਸੇਲਸਮੈਨ ਦੀ ਨੌਕਰੀ ਮਿਲ ਗਈ ਸੀ। ਇਸ ਲਈ ਮੈਨੂੰ 6 ਤੋਂ ਲੈ ਕੇ 12 ਵਜੇ ਤੱਕ ਕੰਮ ਕਰਨਾ ਸੀ। ਤਨਖਾਹ ਵੀ ਵਧੀਆ ਮਿਲ ਰਹੀ ਸੀ। ਇਸ ਲਈ ਮੈਂ ਆਪਣੀ ਭੈਣ ਦਾ ਵਿਆਹ ਬਹੁਤ ਵਧੀਆ ਤਰੀਕੇ ਨਾਲ ਕਰ ਸਕਦਾ ਸੀ। ਮੈਂ ਨੌਕਰੀ 'ਤੇ ਜਾਣਾ ਸ਼ੁਰੂ ਕਰ ਦਿੱਤਾ। ਇੱਕ ਬਹੁਤ ਵੱਡਾ ਮਾਲ ਸੀ ਅਤੇ ਉਸ ਦਾ ਮਾਲਕ ਵੀ ਬਹੁਤ ਚੰਗੇ ਸੁਭਾਅ ਦਾ ਸੀ। ਮੈਨੂੰ ਇੱਥੇ ਆਏ ਨੂੰ 6 ਮਹੀਨੇ ਹੋ ਗਏ ਸੀ, ਪਰ ਮੈਂ ਹੈਰਾਨ ਸੀ ਕਿ ਪਿਛਲੇ 3 ਮਹੀਨਿਆਂ ਤੋਂ ਇੱਥੇ ਕੋਈ ਵੀ ਗਾਹਕ ਨਹੀਂ ਆਇਆ ਸੀ। ਪਰ ਇਸ ਦੇ ਬਾਵਜੂਦ ਵੀ ਮੇਰਾ ਮਾਲਕ ਬਹੁਤ ਮਾਲੋ ਮਾਲ ਸੀ। ਉਹਨੂੰ ਬਹੁਤ ਸਾਰੇ ਪੈਸੇ ਮਿਲ ਰਹੇ ਸੀ। ਮੈਂ ਬਹੁਤ ਹੈਰਾਨ ਸੀ ਕਿ ਆਖਰ ਇਸ ਦੇ ਕੋਲ ਪੈਸੇ ਕਿੱਥੋਂ ਆਉਂਦੇ ਨੇ। ਸਾਨੂੰ ਸਾਡੀ ਤਨਖਾਹ ਟਾਈਮ 'ਤੇ ਮਿਲ ਜਾਂਦੀ ਸੀ। ਇਸੇ ਲਈ ਮੈਂ ਇਸ ਗੱਲ 'ਤੇ ਜ਼ਿਆਦਾ ਧਿਆਨ ਨਹੀਂ ਦਿੱਤਾ। ਪਰ ਪਿਛਲੇ ਮਹੀਨੇ ਮੈਂ ਕੁਝ ਇਸ ਤਰ੍ਹਾਂ ਦਾ ਵੇਖਿਆ ਜੋ ਵੇਖ ਕੇ ਮੈਂ ਹੈਰਾਨ ਹੋ ਗਿਆ ਸੀ। ਮੈਨੂੰ ਹੈਰਾਨੀ ਹੁੰਦੀ ਸੀ ਕਿ ਆਖਿਰ ਮਾਲਕ ਕੀ ਕਰਦਾ ਆ ਜਿਸ ਕਰਕੇ ਉਸ ਨੂੰ ਇੰਨਾ ਪੈਸਾ ਮਿਲ ਰਿਹਾ ਆ। ਸ਼ੱਕ ਦੀ ਵਜ੍ਹਾ ਨਾਲ ਇੱਕ ਦਿਨ ਮੈਂ ਸਵੇਰੇ ਟਾਈਮ ਨਾਲ ਹੀ ਮਾਲ ਵਿੱਚ ਆ ਗਿਆ। ਜਦੋਂ ਮਾਲਕ ਨੇ ਮੈਨੂੰ ਪੁੱਛਿਆ ਤਾਂ ਮੈਂ ਉਸ ਨੂੰ ਕਿਹਾ ਕਿ ਅੱਜ ਨੌਕਰੀ ਤੋਂ ਟਾਈਮ ਨਾਲ ਆ ਗਿਆ ਸੀ। ਇਸ ਲਈ ਮੈਂ ਸੋਚਿਆ ਕਿ ਮਾਲ ਵਿੱਚ ਜਲਦੀ ਆ ਜਾਵਾਂ। ਮਾਲਕ ਨੇ ਸਿਰ ਹਿਲਾਇਆ ਅਤੇ ਚਲਾ ਗਿਆ, ਜਦ ਕਿ ਮੈਂ ਵੇਖਣਾ ਚਾਹੁੰਦਾ ਸੀ ਕਿ ਇੱਥੇ ਆਖਰ ਹੁੰਦਾ ਕੀ ਹੈ। ਹੁਣ ਮੈਂ ਸ਼ਾਮ ਦਾ ਇੰਤਜ਼ਾਰ ਕਰਨ ਲੱਗਾ ਕਿਉਂਕਿ ਮੈਨੂੰ ਯਕੀਨ ਸੀ ਕਿ ਇੱਥੇ ਕੁਝ ਨਾ ਕੁਝ ਗੈਰ ਕਾਨੂੰਨੀ ਜ਼ਰੂਰ ਹੁੰਦਾ ਹੈ, ਵਰਨਾ ਕਿਸੇ ਕੋਲ ਲੱਖਾਂ ਰੁਪਏ ਐਵੇਂ ਨਹੀਂ ਆ ਜਾਂਦੇ। ਕੁਝ ਦੇਰ ਸੋਚਣ ਤੋਂ ਬਾਅਦ ਮੈਂ ਆਪਣੇ ਕੰਮ ਵਿੱਚ ਰੁੱਝ ਗਿਆ। ਸ਼ਾਮ ਤੋਂ ਬਾਅਦ ਮੈਂ ਸਾਰੇ ਮਾਲ ਦਾ ਜਾਇਜ਼ਾ ਲੈ ਲਿਆ ਸੀ, ਪਰ ਮੈਨੂੰ ਕੁਝ ਵੀ ਉੱਥੋਂ ਇਹੋ ਜਿਹਾ ਗੈਰ ਕਾਨੂੰਨੀ ਨਹੀਂ ਮਿਲਿਆ ਸੀ। ਮੈਂ ਹੈਰਾਨ ਹੋ ਗਿਆ ਕਿ ਇਸ ਤਰ੍ਹਾਂ ਕਿਵੇਂ ਹੋ ਸਕਦਾ ਹੈ। ਮੈਂ ਸਾਰੀ ਰਾਤ ਦੁਕਾਨ 'ਤੇ ਹੀ ਰਿਹਾ, ਪਰ ਉੱਥੇ ਕਿਸੇ ਵੀ ਕਿਸਮ ਦੀ ਗੈਰ ਕਾਨੂੰਨੀ ਚੀਜ਼ ਨਹੀਂ ਹੋਈ ਸੀ ਅਤੇ ਨਾ ਹੀ ਕੋਈ ਦੁਕਾਨ ਦੇ ਅੰਦਰ ਆਇਆ ਅਤੇ ਨਾ ਹੀ ਕੋਈ ਦੁਕਾਨ ਦੇ ਬਾਹਰ ਗਿਆ ਸੀ। ਵੈਸੇ ਤਾਂ ਮੈਂ ਰੋਜ਼ 12 ਵਜੇ ਘਰ ਚਲਾ ਜਾਂਦਾ ਸੀ, ਪਰ ਅੱਜ ਮਾਲਕ ਮੈਨੂੰ ਵੇਖ ਕੇ ਹੈਰਾਨ ਹੋ ਗਿਆ ਅਤੇ ਕਹਿਣ ਲੱਗਾ ਕਿ ਅੱਜ ਤੂੰ ਘਰ ਕਿਉਂ ਨਹੀਂ ਗਿਆ? ਹੁਣ ਤੱਕ ਇੱਥੇ ਕੀ ਕਰ ਰਿਹਾ ਏ? ਮਾਲਕ ਦੇ ਸਵਾਲ 'ਤੇ ਪਹਿਲਾਂ ਤਾਂ ਮੈਂ ਪਰੇਸ਼ਾਨ ਹੋ ਗਿਆ ਕਿ ਕੀ ਜਵਾਬ ਦੇਵਾਂ, ਪਰ ਬਾਅਦ ਵਿੱਚ ਮੈਂ ਆਪਣੇ ਆਪ ਨੂੰ ਸੰਭਾਲਦੇ ਹੋਏ ਜਵਾਬ ਦਿੱਤਾ ਅਤੇ ਕਿਹਾ ਅੱਜ ਘਰ ਕੋਈ ਨਹੀਂ ਆ। ਮੰਮੀ ਪਾਪਾ ਕਿਤੇ ਬਾਹਰ ਗਏ ਹੋਏ ਆ ਅਤੇ ਮੈਂ ਘਰ ਵਿੱਚ ਇਕੱਲਾ ਜਾ ਕੇ ਕੀ ਕਰੂੰਗਾ। ਇਸੇ ਕਰਕੇ ਇੱਥੇ ਰੁਕ ਗਿਆ। ਮੇਰੀ ਗੱਲ ਸੁਣ ਕੇ ਮਾਲਕ ਨੂੰ ਮੇਰੇ 'ਤੇ ਯਕੀਨ ਹੋ ਗਿਆ ਅਤੇ ਉਸਨੇ ਸਿਰ ਹਿਲਾ ਕੇ ਉੱਥੋਂ ਚਲਾ ਗਿਆ ਅਤੇ ਕਹਿਣ ਲੱਗਾ ਕਿ ਅੱਛਾ ਠੀਕ ਆ, ਅੱਜ ਰਾਤ ਇੱਥੇ ਹੀ ਰੁਕ ਜਾ। ਮੈਂ ਸਾਰੀ ਰਾਤ ਉੱਥੇ ਮਾਲ ਦਾ ਜਾਇਜ਼ਾ ਲੈਂਦਾ ਰਿਹਾ, ਪਰ ਮੈਨੂੰ ਉੱਥੋਂ ਕੁਝ ਵੀ ਇਹੋ ਜਿਹਾ ਨਹੀਂ ਮਿਲਿਆ ਸੀ ਜੋ ਗੈਰ ਕਾਨੂੰਨੀ ਹੋਵੇ। ਮੈਨੂੰ ਬਹੁਤ ਹੈਰਾਨੀ ਹੋਈ। ਮੈਨੂੰ ਤਾਂ ਲੱਗਿਆ ਸੀ ਕਿ ਯਕੀਨਨ ਇੱਥੇ ਕੁਝ ਨਾ ਕੁਝ ਗਲਤ ਤਾਂ ਹੁੰਦਾ ਹੋਵੇਗਾ, ਤਾਂ ਹੀ ਤਾਂ ਕੰਮ ਨਾ ਹੋਣ 'ਤੇ ਵੀ ਮਾਲਕ ਲੱਖਾਂ ਰੁਪਏ ਕਮਾ ਰਿਹਾ ਹੈ। ਫਿਰ ਮੈਂ ਅਗਲੇ ਦਿਨ ਕੰਮ 'ਤੇ ਵਾਪਸ ਆਇਆ ਅਤੇ ਮੈਂ ਆਪਣੇ ਦਿਮਾਗ 'ਚੋਂ ਸਾਰੀਆਂ ਗਲਤ ਗੱਲਾਂ ਕੱਢ ਦਿੱਤੀਆਂ। ਜਦੋਂ ਪੂਰੀ ਰਾਤ ਇੰਤਜ਼ਾਰ ਕਰਨ ਦੇ ਬਾਅਦ ਵੀ ਉੱਥੋਂ ਕੁਝ ਨਹੀਂ ਮਿਲਿਆ ਸੀ ਅਤੇ ਭਲਾ ਹੁਣ ਕੀ ਮਿਲ ਸਕਦਾ ਹੈ। ਕੰਮ ਰੋਜ਼ ਦੀ ਤਰ੍ਹਾਂ ਚੱਲ ਰਿਹਾ ਸੀ, ਪਰ ਅੱਜ ਮੇਰੀਆਂ ਅੱਖਾਂ ਨੇ ਕੁਝ ਇਸ ਤਰ੍ਹਾਂ ਦਾ ਵੇਖਿਆ ਜੋ ਵੇਖ ਕੇ ਮੈਨੂੰ ਇੱਕ ਝਟਕਾ ਜਿਹਾ ਲੱਗਾ। ਅੱਜ ਫਿਰ ਮੈਂ ਸ਼ਾਮ ਤੋਂ ਪਹਿਲਾਂ ਹੀ ਦੁਕਾਨ 'ਤੇ ਆ ਗਿਆ ਅਤੇ ਉੱਥੇ ਇੱਕ ਕਿੰਨਰ ਔਰਤ ਨੂੰ ਆਉਂਦੇ ਹੋਏ ਵੇਖਿਆ ਜਿਸ ਦੀ ਉਮਰ ਲਗਭਗ 35 ਸਾਲ ਸੀ ਅਤੇ ਉਹ ਉਸ ਔਰਤ ਨੂੰ ਦੁਕਾਨ ਦਾ ਸਭ ਤੋਂ ਮਹਿੰਗਾ ਜੋੜਾ ਦਿਖਾ ਰਿਹਾ ਸੀ, ਜਿਸ ਨੂੰ ਵੇਖ ਕੇ ਮੇਰੀਆਂ ਅੱਖਾਂ ਵਿੱਚ ਵੀ ਚਮਕ ਆ ਗਈ। ਮਾਲਕ ਨੇ ਉਹ ਜੋੜਾ ਇੱਕ ਮੁੰਡੇ ਨੂੰ ਫੜਾਇਆ ਅਤੇ ਉਸ ਮੁੰਡੇ ਨੇ ਉਸ ਜੋੜੇ ਨੂੰ ਪੈਕ ਕਰ ਦਿੱਤਾ। ਪਰ ਅਸਲ ਹੈਰਾਨੀ ਮੈਨੂੰ ਉਸ ਟਾਈਮ ਹੋਈ ਜਦੋਂ ਮਾਲਕ ਨੇ ਉਸ ਔਰਤ ਕੋਲੋਂ ਉਸ ਜੋੜੇ ਦੇ ਪੈਸੇ ਵੀ ਨਾ ਲਏ। ਹੈਰਾਨ ਪਰੇਸ਼ਾਨ ਇੱਕ ਸਾਈਡ 'ਤੇ ਖੜ੍ਹਾ ਹੋ ਕੇ ਸਭ ਕੁਝ ਦੇਖ ਰਿਹਾ ਸੀ। ਮਾਲਕ ਨੇ ਤਕਰੀਬਨ 30,000 ਦਾ ਉਹ ਸੂਟ ਉਸ ਔਰਤ ਨੂੰ ਫ੍ਰੀ ਵਿੱਚ ਦੇ ਦਿੱਤਾ। ਮੇਰਾ ਮਾਲਿਕ ਚੰਗਾ ਇਨਸਾਨ ਜ਼ਰੂਰ ਸੀ, ਪਰ ਇੰਨਾ ਵੀ ਨਹੀਂ
कि इन्ना महंगा सूट वो किसी औरत नूं फ्री विच दे देवे। मेरे दिमाग ने अपने घोड़े दड़ाए ते मैं इस गल दी तह तक पहुँचण दा सोच लिया, क्योंकि वो औरत वो सूट लैके उत्थों जा चुकी सी। अगले दिन दुकान ते आउंदियां ही मैं उस मुंडे नूं आवाज़ दित्ती जिसने वो सूट पैक करके उस औरत नूं फड़ाया सी। मैं उसनूं पुछया कि मालिक ने उसनूं सूट मुफ्त विच क्यों दे दिता। ਉਹਨੇ ਕਿਹਾ ਮੈਨੂੰ ਤੇ नहीं पता कि वो सूट मुफ्त विच क्यों दे दिता, पर हाँ वो औरत शाम तो बाद दुकान ते आउंदी है ते मालिक दुकान दा सब तो महंगा सूट उसनूं दे दिंदा है। उस औरत दी रोज़ दुकान ते आउण वाली गल तो मैं हैरान रह गया, पर इस तरह किवें हो सकदा है। अगले दिन मैं सोच लिया कि मैं इस गल दी तह तक पहुँच के रहांगा। अगले दिन जदों वो औरत दुकान ते आई ते मैं जान बुझ के सारे मुंडियां नूं दुकान तो बाहर भेज दिता ते खुद वो औरत दे कोल चला गया। उस औरत ने कहा कि मैनू इस दुकान का सब तो महंगा ते सोहना सूट विखाओ। ਉਹ औरत दे कहण ते मैं उस तरह ही किया। उस नूं दुकान का सब तो सोहना सूट विखाया। सूट वेख के वो औरत दीआं अखां विच चमक आ गई। ये वेख के मैं हैरान होया, पर मैं अपने काम विच मगन रहा। उसने कहा अपने मालक नूं बुलाओ। मैं मालक नूं बुला के लैके आया ते उस औरत ने सूट मालक नूं दिखाया। मालक ने कहा कि सूट पैक कर दो। ये सूट अज दा बहुत ही खास ते सोहना सूट सी। उस दी कीमत लगभग 50,000 रुपए सी। मैं सूट पैक किया ते उसनूं दे दिता, जदों कि वो औरत मालिक नाल कुछ गल्लां कर रही सी। मैनूं उस दी गल्लां दी आवाज़ तां नहीं सुनाई दे रही सी, पर इंज लग रहा सी जिवें कोई खास गल्लां कर रहे सी। मैनूं अफसोस होया कि मैं उत्थों क्यों चला आया। इन्ने टाइम नूं औरत सूट लैके जा चुकी सी ते मैं अज फिर इस गल दा राज नहीं जान पाया। अगले दिन मैं काफ़ी देर तक उसका इंतज़ार करता रहा, पर वो औरत अज नहीं आई। अगले दिन जदों औरत दुकान ते ना आई तां मैं सोचा कि मैं मालिक कोलों पुछदा हाँ कि अज वो औरत दुकान ते क्यों नहीं आई। मालिक मुस्कुराउण लगा ते कहण लगा कि अज दे दिन वो नहीं आवेगी। मैं हैरान होया कि अज क्यों नहीं आवेगी। आखिर मैं मालिक कोलों पुछ ही लिया, पर जो गल मालिक ने मैनूं दसी वो सुन के मेरे पैरां थल्लों जमीन खिस गई। मैनूं हैरान वेख के मालिक हੱਸਿਆ ते उत्थों चला गया, जदों कि मैं किन्नी देर उत्थे ही खड़ा रहा। अगले दिन जदों वो औरत उत्थे आई, पता नहीं क्यों मैं उहदे कोल चला गया ते मालिक ने जो कुछ मैनूं दस्सिया सी वो सब कुछ मैं उसनूं पुछण लगा। मेरे सब पुछण ते वो औरत रोन लगी ते कहण लगी कि मैं ये अपनी मर्जी नाल नहीं लैंदी, मेरी एक मजबूरी आ। मैं भी इस तरह नहीं करना चाहुंदी सी, पर मैनूं हुण इस तरह करना पै रहा है। ਉਹਦੀ ਇਹ ਗੱਲ सुन के मैं चुप कर गया। उसने वो अपना सूट लिया तो उत्थों चली गई। मैं अपने घर गया तो मम्मी पापा नूं परेशान बैठा वेख्या। मैनूं कोई अणहोनी होण दा एहसास होया ते तुरंत मैं मम्मी पापा कोल चला गया। मम्मी पापा तुसीं परेशान क्यों हो? जदों मैं पापा नूं पुछया तां उन्हां मेरे वल वेख्या ते वो अपने कमरे वल चले गए। मेरा दिल जोर जोर दी धड़क रहा सी, क्योंकि मम्मी भी रो रही सी। जदों मैं मम्मी नूं पुछया कि की होया तां उन्हां ने मैनूं दस्सिया कि तेरी भैन दा रिश्ता टुट गया है। ये सुन के जिवें मेरे उत्ते आसमान टुट पिया होवे। जदों मैं मम्मी नूं रिश्ता टुटण दी वजह पुछी तां मम्मी ने दस्सिया कि तेरी भैन दी सहुरिਆਂ ने एक लम्मी चौड़ी लिस्ट दे दित्ती सी दहेज दी। तेरे पापा ने कहा कि असीं गरीब लोग हाँ, असीं इन्ना दहेज नहीं दे सकदे ते ਉਹ लोग अपनी सोने की मुंदरी जिहड़ी उन्हां मंगणी दे टाइम ते तेरी भैन नूं पाई सी वो वापस लै गए ने। मेरी इकलौती भैन दा घर वसन तो पहलां ही उजड़ गया सी। मैं बेवसी नाल मम्मी दे वल वेख्या जो रो रही सी। जदों मैं अपनी भैन बारे पुछया तां मम्मी ने दस्सिया कि वो ते रो रो के बेहाल हो गई है। उदों नींद की दवाई खवा के सवा दिता है। ये सब देख के मेरियां अखां विच अथरू आ गए। ना चाहुंदे होए भी मैं एक इस तरह का कदम चुकण बारे सोच लिया। मैं मां नूं तसल्ली दित्ती ते उत्थों चला गया। अगले दिन जदों मैं फिर दुकान ते आया तां मैं बेसबरी नाल उस औरत दा इंतज़ार करन लगा, क्योंकि वो मेरी आखिरी उम्मीद सी। शाम का टाइम हो चुकिया सी ते मेरा दिल जोर जोर दी धड़क रहा सी। जो कुछ
ਮੈਂ ਕਰਨ ਜਾ ਰਿਹਾ ਸੀ, ਉਹ ਪਤਾ ਨਹੀਂ ਠੀਕ ਸੀ ਜਾਂ ਨਹੀਂ। ਫਿਲਹਾਲ ਮੈਨੂੰ ਉਹ ਸਭ ਕਰਨਾ ਹੀ ਸੀ। ਸ਼ਾਇਦ ਮੇਰੀਆਂ ਅਜ਼ਮਾਇਸ਼ਾਂ ਦਾ ਵਕਤ ਹੋਰ ਵਧਣਾ ਸੀ, ਇਸੇ ਲਈ ਮੈਂ ਸ਼ਾਮ ਤੱਕ ਉਸ ਦਾ ਇੰਤਜ਼ਾਰ ਕਰ ਰਿਹਾ ਸੀ। ਪਰ ਉਹ ਔਰਤ ਨਾ ਆਈ। ਆਪਣੀ ਪਰੇਸ਼ਾਨੀ ਵਿੱਚ ਮੈਂ ਭੁੱਲ ਚੁੱਕਿਆ ਸੀ ਕਿ ਸ਼ਾਇਦ ਉਹ 3-4 ਦਿਨ ਤੋਂ ਦੁਕਾਨ 'ਤੇ ਨਹੀਂ ਆ ਰਹੀ ਸੀ। ਮੇਰੀ ਆਖਰੀ ਉਮੀਦ ਵੀ ਟੁੱਟ ਚੁੱਕੀ ਸੀ। ਮੈਂ ਉਦਾਸ ਹੋ ਕੇ ਵਾਪਸ ਘਰ ਆ ਗਿਆ। ਘਰ ਆ ਕੇ ਵੇਖਿਆ ਤਾਂ ਸਾਰੇ ਪਰੇਸ਼ਾਨ ਸੀ। ਉਹਨਾਂ ਨੂੰ ਵੇਖ ਕੇ ਮੇਰੀ ਰਹੀ ਸਹੀ ਹਿੰਮਤ ਵੀ ਟੁੱਟ ਗਈ। ਹੁਣ ਮੈਂ ਸੋਚ ਲਿਆ ਸੀ ਕਿ ਮੈਨੂੰ ਆਪਣੇ ਭੈਣ ਦਾ ਘਰ ਵਸਾਉਣਾ ਹੀ ਹੈ, ਚਾਹੇ ਇਸ ਲਈ ਮੈਨੂੰ ਕੋਈ ਵੀ ਕੀਮਤ ਚੁਕਾਉਣੀ ਪਵੇ। ਅਗਲੇ ਦਿਨ ਮੈਂ ਆਪਣੇ ਮਾਲਕ ਨੂੰ ਪੁੱਛਿਆ ਕਿ ਉਹ ਔਰਤ ਕਿਉਂ ਨਹੀਂ ਆ ਰਹੀ। ਮਾਲਕ ਮੈਨੂੰ ਹੈਰਾਨੀ ਭਰੀਆਂ ਨਜ਼ਰਾਂ ਨਾਲ ਵੇਖ ਰਿਹਾ ਸੀ। ਮੈਂ ਮਹਿਸੂਸ ਕਰ ਸਕਦਾ ਸੀ ਕਿ ਮਾਲਕ ਮੇਰੇ ਬਾਰੇ ਕੀ ਸੋਚ ਰਿਹਾ ਹੋਵੇਗਾ, ਪਰ ਮੈਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈ ਰਿਹਾ ਸੀ ਕਿ ਮਾਲਕ ਕੀ ਸੋਚ ਰਿਹਾ ਹੈ ਕੀ ਨਹੀਂ। ਮੈਂ ਮਾਲਕ ਨੂੰ ਕਿਹਾ ਕਿ ਮੈਨੂੰ ਔਰਤ ਨਾਲ ਜ਼ਰੂਰੀ ਕੰਮ ਹੈ, ਮੈਨੂੰ ਉਸ ਦਾ ਨੰਬਰ ਦੇ ਦੇਵੋ। ਮਾਲਕ ਨੇ ਇੱਕ ਲੰਬਾ ਸਾਹ ਲਿਆ ਤੇ ਮੈਨੂੰ ਸਮਝਾਉਣ ਲੱਗਾ ਕਿ ਜੋ ਮੈਂ ਇਹ ਕੰਮ ਕਰਨ ਜਾ ਰਿਹਾ ਹਾਂ ਉਹ ਗਲਤ ਕੰਮ ਹੈ, ਪਰ ਮੈਂ ਮਜਬੂਰ ਸੀ। ਮਾਲਕ ਕੋਲੋਂ ਉਸ ਦਾ ਨੰਬਰ ਲਿਆ ਤੇ ਘਰ ਵਾਪਸ ਆ ਗਿਆ। ਘਰ ਆ ਕੇ ਮੈਂ ਉਸ ਦਾ ਨੰਬਰ ਮਿਲਾਇਆ ਤੇ ਇੰਤਜ਼ਾਰ ਕਰਨ ਲੱਗਾ। ਮੈਂ ਉਹ ਨੰਬਰ 3-4 ਵਾਰ ਮਿਲਾਇਆ, ਪਰ ਉਹ ਨੰਬਰ ਬੰਦ ਆ ਰਿਹਾ ਸੀ। ਮੈਨੂੰ ਹੈਰਾਨੀ ਹੋਈ ਕਿ ਮਾਲਕ ਨੇ ਨੰਬਰ ਮੈਨੂੰ ਦਿੱਤਾ ਹੈ ਤੇ ਫਿਰ ਇਹ ਨੰਬਰ ਬੰਦ ਕਿਉਂ ਆ ਰਿਹਾ ਹੈ। ਅਗਲੇ ਦਿਨ ਮੈਂ ਟਾਈਮ ਨਾਲ ਹੀ ਦੁਕਾਨ 'ਤੇ ਚਲਾ ਗਿਆ। ਸ਼ਾਇਦ ਅੱਜ ਮੇਰੀ ਕਿਸਮਤ ਚੰਗੀ ਸੀ, ਕਿਉਂਕਿ ਅੱਜ ਸ਼ਾਮ ਤੋਂ ਬਾਅਦ ਉਹ ਔਰਤ ਦੁਕਾਨ 'ਤੇ ਆ ਗਈ ਸੀ। ਮੈਂ ਉਸ ਔਰਤ ਦੇ ਕੋਲ ਗਿਆ ਤੇ ਉਸ ਨੂੰ ਕਿਹਾ ਕਿ ਮੈਨੂੰ ਤੇਰੇ ਨਾਲ ਇੱਕ ਜ਼ਰੂਰੀ ਕੰਮ ਆ। ਪਹਿਲਾਂ ਤਾਂ ਉਹ ਔਰਤ ਨੇ ਮੈਨੂੰ ਹੈਰਾਨੀ ਨਾਲ ਵੇਖਿਆ। ਮੈਂ ਮਜਬੂਰ ਸੀ, ਮੈਂ ਕੁਝ ਵੀ ਕਰਨ ਨੂੰ ਤਿਆਰ ਸੀ। ਮੈਂ ਉਸ ਔਰਤ ਨੂੰ ਕਿਹਾ ਕਿ ਮੇਰਾ ਕੰਮ ਕਰ ਦਿਓ। ਮੈਂ ਉਸ ਔਰਤ ਨੂੰ ਆਪਣੀ ਮਜਬੂਰੀ ਦੱਸੀ। ਫਿਰ ਉਹ ਔਰਤ ਮੰਨ ਗਈ। ਮੈਨੂੰ ਕਹਿਣ ਲੱਗੀ ਕਿ ਮੈਨੂੰ 1000 ਰੁਪਏ ਦੇ ਦਿਓ। ਮੈਂ ਉਸ ਨੂੰ 1000 ਰੁਪਏ ਦੇ ਦਿੱਤੇ ਤਾਂ ਉਸ ਦੀਆਂ ਅੱਖਾਂ ਵਿੱਚ ਅੱਥਰੂ ਆ ਗਏ ਤੇ ਮੈਨੂੰ ਕਹਿਣ ਲੱਗੀ ਕਿ ਜਦੋਂ ਅੱਜ ਤੂੰ ਘਰ ਜਾਵੇਂਗਾ ਤਾਂ ਤੇਰੇ ਜਾਣ ਤੋਂ ਪਹਿਲਾਂ ਇਹ ਕੰਮ ਹੋ ਜਾਵੇਗਾ। ਪਹਿਲਾਂ ਤਾਂ ਉਸ ਦੀ ਗੱਲ ਸੁਣ ਕੇ ਮੈਂ ਚੌਂਕ ਗਿਆ, ਫਿਰ ਮੈਂ ਖੁਸ਼ ਹੋ ਗਿਆ। ਅਗਲੇ ਦਿਨ ਜਦੋਂ ਮੈਂ ਘਰ ਵਾਪਸ ਆਇਆ ਤਾਂ ਮੈਂ ਹੈਰਾਨ ਰਹਿ ਗਿਆ। ਮੈਂ ਵੇਖਿਆ ਕਿ ਸਾਡੇ ਘਰ ਦੇ ਵਿਹੜੇ ਵਿੱਚ ਬਹੁਤ ਸਾਰੇ ਲੋਕ ਬੈਠੇ ਹੋਏ ਸੀ। ਉਹ ਕੋਈ ਹੋਰ ਲੋਕ ਨਹੀਂ ਬਲਕਿ ਮੇਰੀ ਭੈਣ ਦੇ ਸਹੁਰੇ ਸੀ। ਉਹੀ ਸਸੁਰਾਲ ਵਾਲੇ ਸੀ ਜਿਨ੍ਹਾਂ ਨੇ ਕੁਝ ਦਿਨ ਪਹਿਲਾਂ ਇਹ ਰਿਸ਼ਤਾ ਤੋੜ ਦਿੱਤਾ ਸੀ। ਅੱਜ ਉਹ ਖੁਦ ਸਾਡੇ ਘਰ ਆਏ ਸੀ। ਇੱਥੋਂ ਤੱਕ ਕਿ ਉਹ ਮੁੰਡਾ ਵੀ ਸਿਰ ਝੁਕਾ ਕੇ ਬੈਠਾ ਹੋਇਆ ਸੀ, ਜਿਸ ਨਾਲ ਮੇਰੀ ਭੈਣ ਦਾ ਵਿਆਹ ਹੋਣਾ ਸੀ। ਜਦੋਂ ਮੈਂ ਮਾਂ ਕੋਲੋਂ ਪੁੱਛਿਆ ਕਿ ਸਭ ਕੀ ਹੋ ਰਿਹਾ ਹੈ ਤਾਂ ਮਾਂ ਨੇ ਦੱਸਿਆ ਕਿ ਇਹਨਾਂ ਲੋਕਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਤੇ ਆਪਣੀ ਗਲਤੀ ਸੁਧਾਰਨ ਆਇਆ। ਇਹ ਸੁਣ ਕੇ ਮੈਂ ਬਹੁਤ ਹੀ ਜ਼ਿਆਦਾ ਹੈਰਾਨ ਹੋ ਗਿਆ। ਭਲਾ ਇਸ ਤਰ੍ਹਾਂ ਕਿਵੇਂ ਹੋ ਸਕਦਾ ਹੈ? ਜਦੋਂ ਮੈਂ ਮੰਮੀ ਕੋਲੋਂ ਪੁੱਛਿਆ ਕਿ ਇਸ ਤਰ੍ਹਾਂ ਕਿਵੇਂ ਹੋ ਗਿਆ, ਮਾਂ ਨੇ ਮੈਨੂੰ ਝਿੜਕ ਦਿੱਤਾ ਤੇ ਕਿਹਾ ਕਿ ਜੇ ਭੈਣ ਦਾ ਘਰ ਵਸ ਰਿਹਾ ਹੈ ਤਾਂ ਉਸ ਨੂੰ ਵਸ ਲੈਣ ਦੇ, ਬਿਨਾਂ ਵਜ੍ਹਾ ਦੇ ਸਵਾਲ ਜਵਾਬ ਨਾ ਕਰ। ਇਸ ਤਰ੍ਹਾਂ ਨਾ ਹੋਵੇ ਕਿ ਉਹ ਵਾਪਸ ਚਲੇ ਜਾਣ। ਫਿਰ ਮੈਂ ਚੁੱਪ ਹੋ ਗਿਆ। ਹੁਣ ਉਹਨਾਂ ਨੇ ਬਿਨਾਂ ਦਹੇਜ ਦੇ ਹੀ ਇਸ ਰਿਸ਼ਤੇ ਨੂੰ ਹਾਂ ਕਰ ਦਿੱਤੀ ਸੀ। ਇੱਥੋਂ ਤੱਕ ਕਿ ਉਹਨਾਂ ਨੇ ਬਿਲਕੁਲ ਸਾਦਾ ਤਰੀਕੇ ਨਾਲ ਵਿਆਹ ਕਰਨ ਦਾ ਬੋਲਿਆ। ਹੁਣ ਸਾਡੇ ਸਿਰ ਤੋਂ ਸਾਰਾ ਬੋਝ ਲੱਥ ਗਿਆ ਸੀ। ਹੁਣ ਅਸੀਂ ਸਾਰਾ ਪਰਿਵਾਰ ਬਹੁਤ ਖੁਸ਼ ਸੀ। ਪਰ ਮੈਨੂੰ ਹੈਰਾਨੀ ਸੀ ਇਸ ਗੱਲ ਦੀ ਹੋ ਰਹੀ ਸੀ ਕਿ 1000 ਰੁਪਏ ਦੇ ਨਾਲ ਉਸ ਔਰਤ ਨੇ ਇੱਕ ਰਾਤ ਵਿੱਚ ਇਵੇਂ ਦਾ ਕੀ ਕੀਤਾ ਹੈ। ਇਹ ਸਾਰੀਆਂ ਗੱਲਾਂ ਸੋਚਦੇ ਹੋਏ ਮੈਂ ਉਸ ਔਰਤ ਨਾਲ ਗੱਲ ਕਰਨ ਦਾ ਫੈਸਲਾ ਕਰ ਲਿਆ ਤੇ ਅਗਲੇ ਦਿਨ ਮੈਂ ਦੁਕਾਨ ਤੇ ਜਾਣ ਦੀ ਬਜਾਏ ਉਸ ਔਰਤ ਦੇ ਘਰ ਚਲਾ ਗਿਆ। ਜਦੋਂ ਮੈਂ ਉਸ ਦੇ ਘਰ ਗਿਆ ਤਾਂ ਉਸ ਦਾ ਦਰਵਾਜ਼ਾ ਪਹਿਲਾਂ ਹੀ ਅੱਧਾ ਖੁੱਲ੍ਹਾ ਹੋਇਆ ਸੀ। ਇਹ ਵੇਖ ਕੇ ਮੈਨੂੰ ਬਹੁਤ ਹੈਰਾਨੀ ਹੋਈ ਕਿ ਰਾਤ ਦੇ ਟਾਈਮ ਲੋਕ ਦਰਵਾਜ਼ਾ ਬੰਦ ਕਰਕੇ ਰੱਖਦੇ ਆ ਤੇ ਉਸ ਔਰਤ ਦੇ ਘਰ ਦਾ ਦਰਵਾਜ਼ਾ ਖੁੱਲ੍ਹਾ ਹੋਇਆ ਸੀ। ਜਦੋਂ ਮੈਂ ਦਰਵਾਜ਼ਾ ਲੰਘਣ ਦੀ ਕੋਸ਼ਿਸ਼ ਕੀਤੀ ਤਾਂ ਮੈਨੂੰ ਇਸ ਤਰ੍ਹਾਂ ਲੱਗਿਆ ਕਿ ਜਿਸ ਤਰ੍ਹਾਂ ਕਿਸੇ ਬਾਹਰੀ ਤਾਕਤ ਨੇ ਮੈਨੂੰ ਪਿੱਛੇ ਧੱਕ ਦਿੱਤਾ ਹੋਵੇ, ਮੈਨੂੰ ਅੰਦਰ ਨਹੀਂ ਜਾਣ ਦਿੱਤਾ। ਇਹ ਵੇਖ ਕੇ ਮੈਂ ਬਹੁਤ ਹੈਰਾਨ ਹੋ ਗਿਆ ਕਿ ਇਹ ਕਿਸ ਤਰ੍ਹਾਂ ਹੋ ਸਕਦਾ ਹੈ। ਫਿਰ ਮੈਂ ਉੱਥੋਂ ਹੀ ਪਿੱਛੇ ਮੁੜ ਆਇਆ ਤੇ ਅਗਲੀ ਸਵੇਰ ਮੈਂ ਦੁਕਾਨ 'ਤੇ ਉਸ ਔਰਤ ਨੂੰ ਮਿਲਣ ਦਾ ਸੋਚ ਲਿਆ। ਫਿਰ ਮੈਂ ਉਸ ਔਰਤ ਦਾ ਇੰਤਜ਼ਾਰ ਕਰਨ ਲੱਗਾ। ਅਗਲੇ ਦਿਨ ਜਦੋਂ ਦੁਕਾਨ 'ਤੇ ਉਹ ਔਰਤ ਆਈ ਤਾਂ ਉਹ ਔਰਤ ਆਪਣਾ ਸੂਟ ਵੇਖਣ ਲੱਗੀ। ਮੈਂ ਇਸ ਸੋਚ ਵਿੱਚ ਸੀ ਕਿ ਔਰਤ ਨਾਲ ਕਿਸ ਤਰ੍ਹਾਂ ਗੱਲ ਕਰਾਂ, ਇਸ ਨੂੰ ਕਿਸ ਤਰ੍ਹਾਂ ਪੁੱਛਾਂ, ਜੋ ਸਵਾਲ ਕਈ ਦਿਨਾਂ ਦੇ ਮੇਰੇ ਦਿਮਾਗ ਵਿੱਚ ਚੱਲ ਰਹੇ ਸੀ।
ਜਦੋਂ ਔਰਤ ਦੁਕਾਨ ਤੋਂ ਬਾਹਰ ਨਿਕਲੀ ਤਾਂ ਮੈਂ ਵੀ ਉਸਦੇ ਪਿੱਛੇ ਹੀ ਨਿਕਲ ਆਇਆ ਤੇ ਉਸਦਾ ਰਸਤਾ ਰੋਕ ਲਿਆ। ਮੈਂ ਉਸ ਨੂੰ ਕਿਹਾ ਕਿ ਮੈਂ ਤੁਹਾਡੇ ਨਾਲ ਕੋਈ ਗੱਲ ਕਰਨੀ ਆ। ਉਹ ਔਰਤ ਮੰਨ ਗਈ ਤੇ ਮੈਨੂੰ ਕਹਿਣ ਲੱਗੀ ਕਿ ਮੇਰੇ ਪਿੱਛੇ ਆ ਜਾਓ। ਮੈਂ ਆਪਣੇ ਸਵਾਲਾਂ ਦੇ ਜਵਾਬ ਲੱਭਣ ਲਈ ਉਸ ਔਰਤ ਦੇ ਪਿੱਛੇ ਤੁਰ ਪਿਆ। ਫਿਰ ਉਸ ਨੇ ਮੈਨੂੰ ਆਪਣੀ ਗੱਡੀ ਵਿੱਚ ਬਿਠਾਇਆ ਤੇ ਆਪਣੇ ਘਰ ਲੈ ਗਈ। ਹੁਣ ਉਹ ਔਰਤ ਮੈਨੂੰ ਆਪਣੇ ਨਾਲ ਆਪਣੇ ਘਰ ਦੇ ਅੰਦਰ ਲੈ ਗਈ ਸੀ। ਉਹਨੇ ਮੈਨੂੰ ਸੋਫੇ 'ਤੇ ਬੈਠਣ ਲਈ ਕਿਹਾ ਤੇ ਮੈਂ ਚੁੱਪਚਾਪ ਸੋਫੇ 'ਤੇ ਬੈਠ ਗਿਆ। ਫਿਰ ਉਸ ਔਰਤ ਨੇ ਮੈਨੂੰ ਪੁੱਛਿਆ ਕਿ ਹੁਣ ਦੱਸ ਕੀ ਗੱਲ ਹੈ। ਹਿੰਮਤ ਕਰਕੇ ਮੈਂ ਉਸ ਨੂੰ ਪੁੱਛਣ ਲੱਗਾ ਕਿ ਤੁਸੀਂ ਇੱਕ ਰਾਤ ਵਿੱਚ ਅਜਿਹਾ ਕੀ ਕੀਤਾ ਕਿ ਮੇਰੀ ਭੈਣ ਦੇ ਸਹੁਰੇ ਆਪਣੇ ਆਪ ਹੀ ਵਾਪਸ ਸਾਡੇ ਘਰੇ ਰਿਸ਼ਤਾ ਮੰਗਣ ਆ ਗਏ। ਜਦੋਂ ਉਸ ਨੂੰ ਮੈਂ ਸਭ ਪੁੱਛਣ ਲੱਗਾ ਤਾਂ ਉਹ ਔਰਤ ਮੁਸਕਰਾਈ ਤੇ ਮੈਨੂੰ ਕਹਿਣ ਲੱਗੀ ਕਿ ਤੁਸੀਂ ਜਾਣਦੇ ਹੋ ਕਿ ਮੈਂ ਕੌਣ ਹਾਂ। ਮੈਨੂੰ ਹੈਰਾਨ ਵੇਖ ਕੇ ਉਹ ਆਪ ਮੁਸਕਰਾਉਣ ਲੱਗੀ ਤੇ ਫਿਰ ਉਹ ਆਪਣੀ ਸਾਰੀ ਕਹਾਣੀ ਦੱਸਣ ਲੱਗੀ ਕਿ ਮੇਰੀ ਮਾਂ ਇੱਕ ਅਫਰੀਕਨ ਸੀ ਤੇ ਬਾਪ ਪਾਕਿਸਤਾਨੀ ਸੀ। ਜਦੋਂ ਮੈਂ ਉਹਨਾਂ ਘਰ ਪੈਦਾ ਹੋਈ ਤਾਂ ਮੈਨੂੰ ਵੇਖ ਕੇ ਪਰੇਸ਼ਾਨ ਹੋ ਗਏ। ਉਸ ਟਾਈਮ ਉਹ ਪਾਕਿਸਤਾਨ ਵਿੱਚ ਹੀ ਸੀ। ਮੈਨੂੰ ਵੇਖ ਕੇ ਮੇਰੇ ਮਾਂ-ਬਾਪ ਇਸ ਲਈ ਪਰੇਸ਼ਾਨ ਸੀ ਕਿਉਂਕਿ ਮੈਂ ਇੱਕ ਆਮ ਇਨਸਾਨ ਨਹੀਂ ਸੀ, ਮੈਂ ਇੱਕ ਕਿੰਨਰ ਸੀ। ਇਹ ਸੁਣ ਕੇ ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ। ਇਸੇ ਤਰ੍ਹਾਂ ਕਿੰਨਰਾਂ ਨੂੰ ਖਬਰ ਹੋ ਗਈ ਸੀ ਕਿ ਮੇਰੇ ਮਾਂ-ਬਾਪ ਘਰ ਇੱਕ ਕਿੰਨਰ ਪੈਦਾ ਹੋਇਆ ਹੈ, ਇਸ ਲਈ ਉਹ ਮੈਨੂੰ ਆਪਣੇ ਨਾਲ ਲੈ ਗਏ। ਮੇਰਾ ਰੰਗ ਰੂਪ ਵੀ ਮੇਰੀ ਮਾਂ ਵਰਗਾ ਸੀ, ਕਾਲਾ, ਪਰ ਮੈਂ ਇੱਕ ਮੁਸਲਮਾਨ ਸੀ ਕਿਉਂਕਿ ਮੈਂ ਇੱਕ ਮੁਸਲਿਮ ਘਰਾਣੇ ਵਿੱਚ ਪੈਦਾ ਹੋਈ ਸੀ। ਜਦੋਂ ਕਿ ਕਿੰਨਰ ਮੈਨੂੰ ਲੈ ਕੇ ਗਏ ਤਾਂ ਮੈਂ ਬਹੁਤ ਛੋਟੀ ਸੀ। ਇੱਕ ਦਿਨ ਇੱਕ ਔਰਤ ਉੱਥੇ ਆਈ ਤੇ ਉਸ ਔਰਤ ਦਾ ਬੱਚਾ ਬਹੁਤ ਬਿਮਾਰ ਸੀ। ਜਦੋਂ ਉਸਨੇ ਮੈਨੂੰ ਵੇਖਿਆ ਤੇ ਉਸਨੇ ਮੈਨੂੰ ਕਿਹਾ ਕਿ ਮੇਰੇ ਬੱਚੇ ਲਈ ਦੁਆ ਕਰੋ ਕਿ ਮੇਰਾ ਬੱਚਾ ਠੀਕ ਹੋ ਜਾਵੇ। ਫਿਰ ਮੈਂ ਉਸ ਦੇ ਬੱਚੇ ਲਈ ਦੁਆ ਕੀਤੀ। ਮੇਰੀ ਦੁਆ ਦੇ ਨਾਲ ਉਸ ਦਾ ਬੱਚਾ ਠੀਕ ਹੋ ਗਿਆ। ਫਿਰ ਉਸ ਔਰਤ ਨੇ ਮੈਨੂੰ ਇੱਕ ਬਹੁਤ ਵੱਡੀ ਰਕਮ ਦਿੱਤੀ ਕਿਉਂਕਿ ਉਹ ਔਰਤ ਬਹੁਤ ਅਮੀਰ ਸੀ। ਜਿਹੜੇ ਲੋਕ ਮੇਰੇ ਮਾਂ-ਬਾਪ ਬਣੇ ਸੀ ਉਹ ਬਹੁਤ ਖੁਸ਼ ਹੋ ਗਏ। ਅਗਲੇ ਦਿਨ ਇੱਕ ਆਦਮੀ ਨੇ ਮੈਨੂੰ ਕਿਹਾ ਕਿ ਮੇਰੇ ਬੇਟੇ ਦੀ ਨੌਕਰੀ ਨਹੀਂ ਲੱਗ ਰਹੀ, ਮੈਂ ਦੁਆ ਕਰ ਦੇਵਾਂ। ਜਦੋਂ ਮੈਂ ਦੁਆ ਕੀਤੀ ਤਾਂ ਅਗਲੇ ਹੀ ਦਿਨ ਉਸ ਦੀ ਨੌਕਰੀ ਲੱਗ ਗਈ। ਫਿਰ ਇਹ ਸਿਲਸਿਲਾ ਇੱਦਾਂ ਹੀ ਚੱਲਦਾ ਰਿਹਾ। ਰੋਜ਼ ਕੋਈ ਨਾ ਕੋਈ ਮੇਰੇ ਕੋਲੋਂ ਦੁਆ ਕਰਵਾਉਣ ਆਉਂਦਾ ਤੇ ਜਦੋਂ ਵੀ ਮੈਂ ਦੁਆ ਕਰਦੀ ਤਾਂ ਸਾਰਿਆਂ ਦਾ ਕੰਮ ਬਣ ਜਾਂਦਾ। ਮੇਰੇ ਮਾਂ-ਬਾਪ ਮੈਨੂੰ ਕਿਸੇ ਬਾਬੇ ਕੋਲ ਲੈ ਕੇ ਗਏ ਤਾਂ ਉਸ ਬਾਬੇ ਨੇ ਦੱਸਿਆ ਕਿ ਇਸ ਉੱਤੇ ਰੱਬ ਦੀ ਬਹੁਤ ਮਿਹਰ ਹੈ, ਇਸੇ ਲਈ ਇਸ ਦੀਆਂ ਹਰ ਦੁਆਵਾਂ ਪੂਰੀਆਂ ਹੁੰਦੀਆਂ ਨੇ। ਇਸੇ ਤਰ੍ਹਾਂ ਤੇਰਾ ਮਾਲਕ ਪਹਿਲਾਂ ਮੇਰੇ 'ਤੇ ਗਲਤ ਨਜ਼ਰ ਰੱਖਦਾ ਸੀ, ਪਰ ਮੈਂ ਰੱਬ ਕੋਲੋਂ ਦੁਆ ਕੀਤੀ ਕਿ ਇਹ ਮੇਰੀ ਇੱਜ਼ਤ ਨੂੰ ਮਹਿਫੂਜ਼ ਰੱਖੇ ਤੇ ਰੱਬ ਨੇ ਮੇਰੀ ਦੁਆ ਕਬੂਲ ਕਰ ਲਈ। ਤੇਰੇ ਮਾਲਕ ਦੀ ਦੁਕਾਨ ਨੂੰ ਅੱਗ ਲੱਗ ਗਈ। ਫਿਰ ਜਦੋਂ ਉਸ ਨੂੰ ਪਤਾ ਚੱਲਿਆ ਕਿ ਮੈਂ ਬਾਕੀ ਕਿੰਨਰਾਂ ਵਰਗੀ ਨਹੀਂ ਤਾਂ ਉਸ ਨੇ ਮੇਰੇ ਕੋਲੋਂ ਮਾफ़ੀ ਮੰਗ ਲਈ। ਫਿਰ ਉਸ ਨੇ ਕਿਹਾ ਕਿ ਮੈਂ ਉਸ ਦਿਲ ਲਈ ਦੁਆ ਕਰਾਂ ਤੇ ਬਦਲੇ ਵਿੱਚ ਜੋ ਦਿਲ ਚਾਹੇ ਉਹੀ ਮੰਗ ਲਵਾਂ। ਮੈਂ ਦੁਆ ਕੀਤੀ ਤੇ ਇਸ ਦੀ ਦੁਕਾਨ ਫਿਰ ਤੋਂ ਬਣ ਗਈ, ਪਰ ਫਿਰ ਇਸ ਨੇ ਦੁਕਾਨ ਦੀ ਸ਼ੁਰੂਆਤ ਮੇਰੇ ਤੋਂ ਹੀ ਕੀਤੀ। ਮੈਂ ਇਸ ਕੋਲੋਂ ਇੱਕ ਸੂਟ ਲੈ ਕੇ ਗਈ ਜੋ ਬਹੁਤ ਮਹਿੰਗਾ ਸੀ, ਪਰ ਇਸ ਨੇ ਮੈਨੂੰ ਉਹ ਸੂਟ ਸਸਤੇ ਰੇਟ 'ਤੇ ਹੀ ਦੇ ਦਿੱਤਾ। ਫਿਰ ਉਹ ਇਸੇ ਤਰ੍ਹਾਂ ਰੋਜ਼ ਕਰਨ ਲੱਗਾ। ਇਹਦੇ ਸੂਟ ਵਧੀਆ ਹੁੰਦੇ ਸੀ, ਇਸੇ ਲਈ ਲੋਕ ਦੁਕਾਨ 'ਤੇ ਆਉਣ ਦੀ ਬਜਾਏ ਔਨਲਾਈਨ ਸੂਟ ਖਰੀਦਣ ਲੱਗੇ। ਇਸੇ ਵਜ੍ਹਾ ਨਾਲ ਇਸ ਦਾ ਕਾਰੋਬਾਰ ਚੰਗਾ ਚੱਲਣ ਲੱਗਾ ਤੇ ਇਹ ਲੱਖਾਂ ਕਰੋੜਾਂ ਵਿੱਚ ਖੇਡਣ ਲੱਗਾ। ਤੇਰੇ ਮਾਲਕ ਨੇ ਤੈਨੂੰ ਝੂਠ ਕਿਹਾ ਸੀ ਕਿ ਮੈਂ ਇੱਕ ਤਵਾਇਫ ਹਾਂ। ਉਹ ਨਹੀਂ ਚਾਹੁੰਦਾ ਸੀ ਕਿ ਮੇਰੇ 'ਤੇ ਕਿਸੇ ਦੀ ਨਜ਼ਰ ਪਵੇ। ਉਸ ਦਿਨ ਜਦੋਂ ਤੂੰ ਇਸ ਕੋਲੋਂ ਮੇਰਾ ਨੰਬਰ ਮੰਗਿਆ ਸੀ ਤਾਂ ਇਸ ਨੂੰ ਲੱਗਿਆ ਸੀ ਕਿ ਸ਼ਾਇਦ ਤੂੰ ਮੇਰੇ ਨਾਲ ਕੁਝ ਗਲਤ ਕਰਨਾ ਚਾਹੁੰਦਾ ਹੈ। ਮੈਂ ਇਹ ਕੰਮ ਸ਼ਾਇਦ ਨਾ ਕਰਦੀ ਕਿਉਂਕਿ ਦੁਆ ਦੇ ਬਦਲੇ ਜਿਹੜੇ ਪੈਸੇ ਮੈਨੂੰ ਮਿਲਦੇ ਨੇ ਮੈਨੂੰ ਲੱਗਦਾ ਹੈ ਕਿ ਉਹ ਗਲਤ ਹੈ, ਪਰ ਮੈਂ ਮਜਬੂਰ ਸੀ ਕਿਉਂਕਿ ਮੈਨੂੰ ਇਹਨਾਂ ਕਿੰਨਰਾਂ ਦਾ ਢਿੱਡ ਵੀ ਭਰਨਾ ਆ ਜਿਨ੍ਹਾਂ ਨੇ ਮੈਨੂੰ ਬਹੁਤ ਖੁਸ਼ੀ ਦਿੱਤੀ। ਇਹਨਾਂ ਸਭ ਨੇ ਵੀ ਨੱਚਣਾ ਗਾਉਣਾ ਛੱਡ ਦਿੱਤਾ ਤੇ ਆਪਣੇ ਰੱਬ ਦੀ ਭਗਤੀ ਵਿੱਚ ਲੱਗ ਗਏ। ਉਸ ਰਾਤ ਵੀ ਮੈਂ ਦੁਆ ਹੀ ਕੀਤੀ ਸੀ ਤੇ ਬਾਕੀ ਸਭ ਰੱਬ ਦੀ ਮਰਜ਼ੀ। ਉਹ ਕਹਾਣੀ ਦੱਸ ਕੇ ਚੁੱਪ ਕਰ ਗਈ ਤੇ ਮੈਂ ਆਪਣੇ ਅੱਥਰੂ ਸਾਫ਼ ਕਰਨ ਲੱਗਾ। ਉਹ ਸੱਚੀ ਕੋਈ ਨੇਕ ਰੂਹ ਸੀ। ਮੈਂ ਉਸ ਨੂੰ ਕਿਹਾ ਕਿ ਮੇਰੇ ਲਈ ਦੁਆ ਕਰਨਾ ਤੇ ਮੈਂ ਉੱਥੋਂ ਰੱਬ ਦਾ ਸ਼ੁਕਰ ਕਰਕੇ ਵਾਪਸ ਆ ਗਿਆ। ਧੰਨਵਾਦ ਜੀ। ਇਹ ਸੀ ਅੱਜ ਦੀ ਆਪਣੀ ਕਹਾਣੀ। ਜੇਕਰ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ, ਕਮੈਂਟ, ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ।